TVN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਕੁਝ ਅਹਿਮ ਖਬਰਾਂ ਕੁਝ ਘਟਨਾਵਾਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਦਿੱਲੀ ਸਰਕਾਰ ਨੇ ਜਬਰ-ਜਨਾਹ ਪੀੜਤਾਂ ਦੀ ਮਦਦ ਦਾ ਕੀਤਾ ਐਲਾਨ। ਕੈਪਟਨ ਅਮਰਿੰਦਰ ਸਿੰਘ ਕੋਲ ਸਿਰਫ 50,000 ਰੁਪਏ ਨਕਦ। ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਨੂੰ ਰਾਜਨੀਤਿਕ ਪਾਰਟੀ ਵਜੋਂ ਦਿੱਤੀ ਮਾਨਤਾ। ਮਜੀਠੀਆ ਤੋਂ ਬਾਅਦ ਸਿਮਰਜੀਤ ਬੈਂਸ ਨੂੰ ਵੀ ਮਿਲੀ ਰਾਹਤ। ਬਰਖਾਸਤ DSP ਨੇ ਕੈਬਨਿਟ ਮੰਤਰੀ ਆਸ਼ੂ ਅਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਨ ਦਾ ਕੀਤਾ ਐਲਾਨ ਅਤੇ ਭਰੇ ਨਾਮਜ਼ਦਗੀ ਪੱਤਰ। ਜਗਮੋਹਨ ਕੰਗ ਆਪਣੇ ਪਰਿਵਾਰ ਸਮੇਤ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਅਤੇ ਕਈ ਥਾਵਾਂ ਤੇ ਕਈ ਆਗੂਆਂ ਦਾ ਹੋਇਆ ਜ਼ਬਰਦਸਤ ਵਿਰੋਧ। ਦੋਸਤੋ ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨੇ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰੀਏ। ਭਾਰਤ ਬਹੁਤ ਸ਼ਾਨ ਦੇ ਨਾਲ ਆਪਣਾ ਗਣਤੰਤਰ ਦਿਵਸ ਮਨਾ ਰਿਹਾ ਸੀ 26 ਜਨਵਰੀ ਵਾਲੇ ਦਿਨ। ਦੂਸਰੇ ਪਾਸੇ ਦਿੱਲੀ ਦੇ ਕਸਤੂਰਬਾ ਨਗਰ ਦੇ ਵਿੱਚ ਇੱਕ ਮੁਟਿਆਰ ਨਾਲ ਜ਼ਬਰ ਹੋ ਰਿਹਾ ਸੀ, ਦਰਿੰਦਗੀ ਹੋ ਰਹੀ ਸੀ। ਉਹਦੇ ਨਾਲ ਉਸ ਨੂੰ ਅਗਵਾ ਕਰਕੇ ਜਬਰ-ਜਨਾਹ ਕੀਤਾ ਗਿਆ, ਸਮੂਹਕ ਜਬਰ-ਜਨਾਹ। ਫਿਰ ਉਹਦਾ ਮੂੰਹ ਕਾਲਾ ਕੀਤਾ ਗਿਆ, ਉਹਦੇ ਵਾਲ ਕੱਟ ਦਿੱਤੇ ਗਏ। ਅਧ ਨੰਗੀ ਹਾਲਤ ਵਿੱਚ ਹਜੂਮ ਨੇ ਲੰਬੇ ਸਮੇਂ ਤੱਕ ਉਸ ਨੂੰ ਰੱਜ ਕੇ ਜਲੀਲ ਕੀਤਾ। ਉਹ ਖਬਰ ਸੱਚਮੁੱਚ ਗਰਮਾ ਰਹੀ ਹੈ ਤੇ ਹੁਣ ਉਸ ਪੀੜਤਾ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮਦਦ ਦਾ ਐਲਾਨ ਕੀਤਾ, ਬਾਂਹ ਫੜੀ ਹੈ। ਉਹਨਾਂ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਉਸ ਮੁਟਿਆਰ ਦੀ ਨੁਮਾਇੰਦਗੀ ਕਰਨ ਲਈ ਇੱਕ ਫਾਸਟ ਟਰੈਕ ਅਦਾਲਤ ਵਿੱਚ ਇੱਕ ਯੋਗ ਵਕੀਲ ਦੀ ਨਿਯੁਕਤੀ ਕਰੇਗੀ। ਟਵੀਟ ਕੀਤਾ ਦਰਅਸਲ ਉਹਨਾਂ ਨੇ ਕਿ ਮੈਂ ਇਸ ਧੀ ਦੀ ਮਦਦ ਲਈ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਆਦੇਸ਼ ਦਿੱਤੇ ਨੇ ਅਤੇ ਦਿੱਲੀ ਸਰਕਾਰ ਉਸ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਦੱਸਣਾ ਬਣਦਾ ਕਿ ਦਿੱਲੀ ਪੁਲਿਸ ਨੇ ਹੁਣ ਤੱਕ 8 ਔਰਤਾਂ, 1 ਵਿਅਕਤੀ ਅਤੇ 3 ਨਾਬਾਲਗ ਗ੍ਰਿਫਤਾਰ ਕੀਤੇ ਨੇ। 20 ਸਾਲਾ ਮੁਟਿਆਰ ਦੇ ਨਾਲ ਬੀਤੇ ਹਫ਼ਤੇ ਦਰਿੰਦਗੀ ਹੋਈ ਸੀ। ਉਹਦੇ ਗੁਆਂਢੀਆਂ ਦੁਆਰਾ ਕਥਿਤ ਤੌਰ ਤੇ ਉਸ ਨੂੰ ਅਗਵਾ ਕੀਤਾ ਗਿਆ ਸੀ, ਉਹਦਾ ਸ਼ੋਸ਼ਣ ਕੀਤਾ ਗਿਆ ਸੀ, ਤਸੀਹੇ ਦਿੱਤੇ ਗਏ ਸੀ ਅਤੇ ਪਰਿਵਾਰ ਦੱਸ ਰਿਹਾ ਹੈ ਕਿ ਉਹ 3 ਸਾਲਾਂ ਦੇ ਆਪਣੇ ਲੜਕੇ ਤੋਂ ਵੀ ਦੂਰ ਹੈ ਤੇ ਪਰਿਵਾਰ ਤੋਂ ਵੀ ਦੂਰ ਹੈ ਤੇ ਇਸ ਵਕਤ ਉਹ ਆਪਣੇ ਬੱਚੇ ਦੀ ਵੀ ਸਹੀ ਤਰੀਕੇ ਨਾਲ ਦੇਖਭਾਲ ਕਰਨ ਦੀ ਸਮਰੱਥਾ ਵਿੱਚ ਨਹੀਂ। ਮਾਨਸਿਕ ਤੌਰ ਤੇ ਉਹਦੀ ਸਥਿਤੀ ਬਿਲਕੁਲ ਠੀਕ ਨਹੀਂ ਹੈ। ਹੁਣ ਇਹ ਕਿ ਇੱਕ ਪਾਸੇ ਐਲਾਨ ਫਾਸਟ ਟਰੈਕ ਅਦਾਲਤ ਦੇ ਵਿੱਚ ਮੁਕੱਦਮਾ ਵੀ ਚੱਲ ਪਏਗਾ, ਪਰ ਮੈਂ ਕੱਲ ਵੀ ਆਖਿਆ ਸੀ ਕਿ ਆਪਣੇ ਸਮਾਜ ਦੇ ਉੱਤੇ ਆਪਣੀਆਂ ਕਦਰਾਂ ਕੀਮਤਾਂ ਦੇ ਉੱਤੇ ਨਜ਼ਰ ਤਾਂ ਮਾਰੀਏ। ਹੋ ਸਕਦਾ ਕਿ ਗੁਆਂਢੀਆਂ ਦੇ ਨਾਲ ਜਾਂ ਗੁਆਂਢੀਆਂ ਦੇ ਲੜਕੇ ਨਾਲ ਉਹਦੇ ਸੰਬੰਧ ਪਹਿਲਾਂ ਸਹੀ ਨਹੀਂ ਸੀ, ਪਰ ਜੇਕਰ ਕਿਤੇ ਕੋਈ ਸਜ਼ਾ ਦੇਣੀ ਹੈ ਤਾਂ ਕਾਨੂੰਨ ਕਿੱਥੇ ਹੈ, ਦਲੀਲ ਕਿੱਥੇ ਹੈ, ਅਪੀਲ ਕਿੱਥੇ ਹੈ? ਔਰ ਫਿਰ ਉਹ ਔਰਤਾਂ ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਕੁਝ ਹੋਣਾ ਆਪਣੇ ਆਪ ਦੇ ਵਿੱਚ ਅਤ ਨਿੰਦਣਯੋਗ ਘਟਨਾ ਹੈ। ਸ਼ਾਇਦ ਇਹ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਨੂੰ ਚਾਹੀਦਾ ਹੈ। ਅੱਜ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਹੈ, ਕੱਲ ਨੂੰ ਹੋ ਸਕਦਾ ਸਰਕਾਰ ਬਦਲ ਜਾਏ, ਲੋਕ ਕੇਜਰੀਵਾਲ ਨੂੰ ਲਾ ਕੇ ਭਾਜਪਾ ਨੂੰ ਬਿਠਾ ਦੇਣ, ਪਰਸੋਂ ਨੂੰ ਹੋ ਸਕਦਾ ਭਾਜਪਾ ਨੂੰ ਲਾ ਕੇ ਕਾਂਗਰਸ ਨੂੰ ਬਿਠਾ ਦੇਣ ਜਾਂ ਕਿਸੇ ਹੋਰ ਧਿਰ ਨੂੰ ਲਿਆਉਣ। ਕੀ ਕਾਰਨ ਹੈ ਕਿ ਉੱਥੋਂ ਦੀ ਚੁਣੀ ਹੋਈ ਸਰਕਾਰ ਕੋਲ ਉੱਥੋਂ ਦਾ ਅਮਨ ਕਾਨੂੰਨ ਬਹਾਲ ਕਰਨ ਵਾਸਤੇ ਪੁਲਿਸ ਤੰਤਰ ਵੀ ਹੈ ਨਹੀਂ। ਜਾਂ ਤਾਂ ਉੱਥੇ ਸਰਕਾਰ ਨਾ ਚੁਣੋ, ਜੇ ਸਰਕਾਰ ਚੁਣਨੀ ਹੈ ਤਾਂ ਉਹਨੂੰ ਸ਼ਕਤੀਆਂ ਦੇਣੀਆਂ ਚਾਹੀਦੀਆਂ ਨੇ। ਇੱਕ ਸਰਕਾਰ ਵਾਸਤੇ ਉਹਦੇ ਕੋਲੇ ਆਪਣੀ ਪੁਲਿਸ ਫੋਰਸ ਦਾ ਹੋਣਾ ਬੜਾ ਲਾਜ਼ਮੀ ਹੈ। ਬਹੁਤ ਸਵਾਲ ਉੱਠਦੇ ਹੈ ਔਰ ਸਮੇਂ-ਸਮੇਂ ਤੇ ਉੱਠਦੇ ਹੈ। ਸ਼ਕਤੀਆਂ ਵਧਾਉਣ ਦੀ ਬਜਾਏ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘਟਾਈਆਂ ਜਾ ਰਹੀਆਂ ਨੇ। ਕਈ ਵਾਰੀ ਨਾ ਅਸੀਂ ਆਪਣਾ ਪੈਰ ਕੁਹਾੜੇ ਤੇ ਮਾਰ ਲੈਂਦੇ ਹਾਂ। ਮੈਨੂੰ ਲੱਗਦਾ ਕਿ ਸਰਕਾਰ ਇਸ ਵਕਤ ਉਹੀ ਕੁਝ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਨੂੰ ਕਿਸੇ ਨੇ ਪਟਾ ਲਿਖ ਕੇ ਨਹੀਂ ਦੇ ਦਿੱਤਾ ਕਿ ਹਮੇਸ਼ਾ ਸਰਕਾਰ ਉਹਦੀ ਰਹਿਣੀ ਹੈ। ਹੋ ਸਕਦਾ ਅਗਲੀ ਚੋਣ 'ਚ ਲੋਕ ਉਹਨੂੰ ਹਰਾ ਕੇ ਉੱਥੇ ਕਿਸੇ ਹੋਰ ਧਿਰ ਨੂੰ ਬਿਠਾ ਦੇਣ, ਪਰ ਕੀ ਫਿਰ ਆ ਜਿਹੜੀਆਂ ਸ਼ਕਤੀਆਂ ਤੋਂ ਖੋਹੀਆਂ ਜਾ ਰਹੀਆਂ ਨੇ ਲਗਾਤਾਰ ਬਹਾਲ ਕਰ ਦਿੱਤੀਆਂ ਜਾਣਗੀਆਂ? ਸੋ ਇਸ ਕਰਕੇ
ਸੂਬਾ ਸਰਕਾਰ ਕੋਲ ਜਾਂ ਜਿੱਥੇ ਵੀ ਚੁਣੀ ਜਾਂਦੀ ਸਰਕਾਰ ਹੈ, ਘੱਟੋ ਘੱਟ ਪੁਲਿਸ ਉਹਦੇ ਅਧਿਕਾਰ ਖੇਤਰ ਵਿੱਚ ਹੋਣੀ ਬੜੀ ਲਾਜ਼ਮੀ ਹੈ। ਇਸ ਗੱਲ ਉੱਤੇ ਕੇਂਦਰ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਅੱਜ ਉੱਥੇ ਕੇਜਰੀਵਾਲ, ਪਹਿਲਾਂ ਸ਼ੀਲਾ ਦੀਕਸ਼ਿਤ ਹੁੰਦੀ ਸੀ, ਹੋ ਸਕਦਾ ਕੱਲ ਨੂੰ ਤੁਹਾਡੀ ਕੋਈ ਆ ਕੇ ਬੈਠ ਜਾਵੇ। ਇਸ ਕਰਕੇ ਕਿਸੇ ਸਰਕਾਰ ਨੂੰ ਸ਼ਕਤੀਹੀਣ ਕਰਨਾ ਇਹ ਚੰਗੀ ਗੱਲ ਨਹੀਂ। ਅਗਲੀ ਜਿਹੜੀ ਖਬਰ ਹੈ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਕੋਲ ਤਾਂ ਵਿਚਾਰਿਆਂ ਕੋਲੇ 50,000 ਰੁਪਏ ਹੀ ਨਕਦ ਹੈ, ਐਵੇਂ ਲੋਕ ਮਹਾਰਾਜਾ ਕਹੀ ਜਾਂਦੇ ਆ। ਤੇ ਦੂਸਰੇ ਪਾਸੇ ਕੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਦੱਸਿਆ ਸੀ ਕਿ ਜ਼ਮੀਨ ਜਾਇਦਾਦ ਜਿੰਨੀ ਉਹਨਾਂ ਕੋਲੇ ਹੈ ਉਹ ਕੋਈ ਬਹੁਤੇ ਅਮੀਰ ਨਹੀਂ, ਨਾਲੇ ਉਹਨਾਂ ਦੀ ਆਮਦਨ ਪਿਛਲੇ 5 ਸਾਲਾਂ ਵਿੱਚ ਤਕਰੀਬਨ ਅੱਧੀ ਘਟ ਗਈ। ਉਹਦਾ ਕਾਰਨ ਕੀ? ਮੁੱਖ ਮੰਤਰੀ ਤੋਂ ਲਾਂਭੇ ਹੋ ਗਏ ਤਾਂ ਘਟ ਗਈ। ਖੈਰ, ਉਹ ਕੱਲ ਦੇ ਪ੍ਰੋਗਰਾਮ ਦੌਰਾਨ ਵਿਚਾਰ ਚਰਚਾ ਕੀਤੀ ਸੀ। ਪਰ ਅੱਜ ਗੱਲ ਕਰਦੇ ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹੈ। ਉੱਥੇ ਜਿਹੜਾ ਹਲਫੀਆ ਬਿਆਨ ਦਰਜ ਕੀਤਾ, ਹਾਲਾਂਕਿ ਇਸ ਸੱਚ ਪਤਾ ਨਹੀਂ ਕਿੰਨਾ ਕੁ ਹੁੰਦਾ ਹੈ। ਉਹ ਕਹਿੰਦੇ ਮੇਰੇ ਕੋਲ ਸਿਰਫ 50,000 ਰੁਪਏ ਨਕਦ ਨੇ। ਉਹਨਾਂ ਦੀ ਭਾਵੇਂ ਜਾਇਦਾਦ ਬੀਤੇ 5 ਸਾਲਾਂ ਦੌਰਾਨ ਵਧੀ ਹੈ, ਪਰ ਨਾਲ ਕਹਿੰਦੇ ਮੇਰੇ ਕੋਲ 20 ਕਰੋੜ ਰੁਪਏ ਦਾ ਕਰਜ਼ਈ ਵੀ ਮੈਂ ਹੋ ਗਿਆ। ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਅਨੁਸਾਰ 5 ਸਾਲਾਂ ਦੌਰਾਨ 17 ਕਰੋੜ 75 ਲੱਖ ਰੁਪਏ ਜਾਇਦਾਦ ਦੇ ਵਿੱਚ ਵਧਿਆ। 2017 ਦਾ ਜਿਹੜਾ ਉਹਨਾਂ ਦਾ ਹਲਫਨਾਮਾ ਸੀ, ਉਸ ਹਲਫਨਾਮੇ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਚੱਲ ਅਤੇ ਅਚਲ ਜਾਇਦਾਦ ਤਕਰੀਬਨ 44 ਕਰੋੜ 55 ਲੱਖ ਰੁਪਏ ਸੀ। ਹੁਣ ਉਹਨਾਂ ਕੋਲ ਇਹ ਜਾਇਦਾਦ ਵੱਧ ਕੇ 62 ਕਰੋੜ 30 ਲੱਖ 87 ਹਜ਼ਾਰ ਤੇ 817 ਰੁਪਏ ਹੋ ਗਈ ਹੈ। ਉਂਝ ਉਹਨਾਂ ਨੇ ਦੱਸਿਆ ਕਿ ਮੈਂ ਸਿਸਵਾ ਫਾਰਮ ਹਾਊਸ ਬਣਾਇਆ, ਉਹਨੂੰ ਤਿਆਰ ਕਰਨ ਕਰਕੇ 20 ਕਰੋੜ ਰੁਪਏ ਦਾ ਮੈਂ ਕਰਜ਼ਈ ਵੀ ਹੋ ਗਿਆ। ਪਰ ਸਿਰਫ ਜਦੋਂ ਨਕਦੀ ਦੀ ਗੱਲ ਆਈ, ਉਸ ਕਾਲਮ ਦੇ ਵਿੱਚ ਉਹਨਾਂ ਨੇ ਭਰਿਆ ਕਿ ਉਹਨਾਂ ਕੋਲ ਸਿਰਫ 50,000 ਰੁਪਏ ਨੇ ਤੇ 5 ਬੈਂਕ ਖਾਤੇ ਉਹਨਾਂ ਕੋਲ, ਜਿਨ੍ਹਾਂ ਵਿੱਚ 55 ਲੱਖ ਤੇ 22,000 ਰੁਪਏ ਪਏ ਹੈ। 65 ਲੱਖ 44 ਹਜ਼ਾਰ ਦੇ ਬੌਂਡ, ਸ਼ੇਅਰ ਤੇ ਮਿਊਚੁਅਲ ਫੰਡ ਵੀ ਉਹਨਾਂ ਦੇ ਕੋਲ ਨੇ। 1 ਕਰੋੜ 62 ਲੱਖ ਰੁਪਏ ਦੇ ਉਹਨਾਂ ਕੋਲ ਗਹਿਣੇ ਵੀ ਨੇ। 6.25 ਕਰੋੜ ਦੀ ਚੱਲ ਅਤੇ 56 ਕਰੋੜ ਦੀ ਅਚਲ ਜਾਇਦਾਦ ਦੇ ਉਹ ਮਾਲਕ ਨੇ। ਇਹਦੇ ਵਿੱਚ ਉਹਨਾਂ ਦੀ ਵਾਹੀਯੋਗ ਜ਼ਮੀਨ ਵੀ ਸ਼ਾਮਲ ਹੈ। ਹਲਫਨਾਮੇ ਦੇ ਅਨੁਸਾਰ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਨਾਲੋਂ ਜ਼ਿਆਦਾ ਅਮੀਰ ਨੇ, ਕਿਉਂਕਿ ਕੈਪਟਨ ਅਮਰਿੰਦਰ ਕੋਲ ਸਿਰਫ 50,000 ਰੁਪਏ ਨਕਦੀ ਹੈ, ਜਦੋਂ ਕਿ ਪ੍ਰਨੀਤ ਕੌਰ ਕੋਲ ਸਿਰਫ 1 ਲੱਖ ਰੁਪਏ ਦੀ ਨਕਦੀ। ਕੈਪਟਨ ਦੇ 5 ਬੈਂਕ ਖਾਤਿਆਂ ਵਿੱਚ 55 ਲੱਖ ਅਤੇ ਪ੍ਰਨੀਤ ਕੌਰ ਕੋਲ 6 ਬੈਂਕ ਖਾਤਿਆਂ ਵਿੱਚ 2 ਕਰੋੜ ਤੇ 15 ਲੱਖ। ਕੈਪਟਨ ਕੋਲ ਕੋਈ ਗੱਡੀ ਨਹੀਂ, ਕੋਈ ਵਾਹਨ ਨਹੀਂ, ਜਦੋਂ ਕਿ ਪ੍ਰਨੀਤ ਕੌਰ ਕੋਲ ਇੱਕ ਇਨੋਵਾ ਤੇ ਦੂਸਰੀ ਇਨੋਵਾ ਕ੍ਰਿਸਟਾ ਗੱਡੀਆਂ, 2 ਗੱਡੀਆਂ ਨੇ, ਜਿਨ੍ਹਾਂ ਦੀ ਕੀਮਤ 26 ਲੱਖ ਰੁਪਏ ਦੱਸੀ ਗਈ ਹੈ। ਹਾਲਾਂਕਿ ਗਹਿਣਿਆਂ ਦੇ ਮਾਮਲੇ ਦੇ ਵਿੱਚ ਕੈਪਟਨ ਆਪਣੀ ਘਰਵਾਲੀ ਤੋਂ ਅੱਗੇ ਹੈ। ਪ੍ਰਨੀਤ ਕੌਰ ਕੋਲ 37 ਲੱਖ ਤੇ 75 ਹਜ਼ਾਰ ਦੇ ਗਹਿਣੇ ਨੇ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਕੋਲ 1 ਕਰੋੜ ਤੇ 62 ਲੱਖ ਰੁਪਏ ਦੇ ਗਹਿਣੇ ਨੇ। ਹੁਣ ਇੱਕ ਆਮ ਵਿਅਕਤੀ ਵੀ ਹੈ, 50,000 ਰੁਪਏ ਤਾਂ ਵੈਸੇ ਉਹ ਸ਼ਹਿਰ ਨੂੰ ਲੈ ਕੇ ਨਹੀਂ ਜਾਂਦਾ, ਕਹਿੰਦਾ ਜਰਾ ਆਊਗਾ ਕੀ। ਪਰ ਚੋਣ ਕਮਿਸ਼ਨ ਭਾਈ ਜੋ ਇਹ ਲਿਖ ਕੇ ਦੇ ਦਿੰਦੇ ਨੇ, ਉਹਦੇ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਨਾਮਜ਼ਦਗੀ ਅਲਾਟ ਕਰ ਦਿੰਦਾ। ਪਰ ਕੀ ਸੱਚਮੁੱਚ ਕੈਪਟਨ ਅਮਰਿੰਦਰ ਸਿੰਘ ਦੇ ਕਈ ਜੇਬਾਂ ਹੁੰਦੀਆਂ ਨੇ, ਸ਼ੇਰਵਾਨੀਆਂ ਜਿਹੜੀਆਂ ਪਾਉਂਦੇ ਆ, ਕੀ ਸਿਰਫ 50 ਲੱਖ ਰੁਪਏ ਨਕਦੀ ਹੋਏਗੀ? ਇਹ ਵੈਸੇ ਗੱਲ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਤੁਸੀਂ ਕਿਸੇ ਨੂੰ ਕਹੋ ਕਿ ਯਾਰ 50,000 ਰੁਪਇਆ ਚੱਲ ਦਿੱਲੀ ਚੱਲੀ ਹੋਊਗਾ ਯਾਰ 50,000 ਨਾਲ, ਤੇ ਫਿਰ ਤੁਸੀਂ ਪਤਾ ਕਿਹੜੇ ਵੱਡੇ ਵੱਡੇ ਬੰਦਿਆਂ ਨੂੰ ਮਿਲਣਾ ਹੁੰਦਾ ਹੈ। 50,000 ਨਾਲ ਕੀ ਬਣਦਾ ਅੱਜ ਕੱਲ੍ਹ? ਪਰ ਕੈਪਟਨ ਅਮਰਿੰਦਰ ਸਿੰਘ ਕੋਲ ਸੱਚਮੁੱਚ 50,000 ਰੁਪਏ ਨਕਦੀ ਹੈ। ਅਗਲੀ ਜਿਹੜੀ ਖਬਰ ਹੈ, ਲੰਬੇ ਸਮੇਂ ਤੋਂ ਘੈਂਸ ਹੋ ਰਹੀ ਸੀ। ਕੱਲ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ ਹੋਰਾਂ ਨੇ ਵੀ ਇਤਰਾਜ਼ ਅਤੇ ਗਿਲਾ ਪ੍ਰਗਟਾਇਆ ਸੀ ਕਿ ਚੋਣ ਕਮਿਸ਼ਨ ਸਾਨੂੰ ਲਾਰੇ ਲੱਪੇ 'ਚ ਰੱਖ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦਾ ਕੱਲ ਆਖਰੀ ਦਿਨ ਸੀ। ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚਾ ਨੂੰ ਚੋਣ ਕਮਿਸ਼ਨ ਪਾਰਟੀ ਦੇ ਤੌਰ ਤੇ ਮਾਨਤਾ ਨਹੀਂ ਸੀ ਦੇ ਰਿਹਾ। ਇਸੇ ਕਰਕੇ ਕਈ ਦਿਨਾਂ ਤੋਂ ਮੋਰਚੇ ਦੇ ਨੇਤਾ ਚੋਣ ਕਮਿਸ਼ਨ ਤੋਂ ਮੰਗ ਕਰ ਰਹੇ ਸੀ ਕਿ ਉਹਨਾਂ ਦੀ ਅਰਜ਼ੀ ਦੇ ਉੱਤੇ ਛੇਤੀ ਧਿਆਨ ਦਿੱਤਾ ਜਾਵੇ, ਕਿਉਂਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ ਇਹ ਖਦਸ਼ਾ ਲਗਾਤਾਰ ਬਣਿਆ ਵੀ ਰਿਹਾ ਕਿ ਮੋਰਚੇ ਨੂੰ ਮਾਨਤਾ ਮਿਲੂ, ਮੋਰਚੇ ਨੂੰ ਮਾਨਤਾ ਨਹੀਂ ਮਿਲੂ, ਚੋਣ ਨਿਸ਼ਾਨ ਮਿਲੂ ਜਾਂ ਨਹੀਂ ਮਿਲੂ। ਪਰ ਖਬਰ ਮਿਲੀ ਕਿ ਕੱਲ ਦੇਰ ਰਾਤ ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚੇ ਨੂੰ ਮਾਨਤਾ ਦੇ ਦਿੱਤੀ। ਇਹਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਮਿਸ਼ਨ ਦੇ ਵੱਲੋਂ ਸੰਯੁਕਤ ਸਮਾਜ ਮੋਰਚੇ ਨੂੰ ਕੋਈ ਚੋਣ ਨਿਸ਼ਾਨ ਜਾਰੀ ਨਹੀਂ ਕੀਤਾ ਗਿਆ। ਇਹ ਜਾਣਕਾਰੀ ਸੰਯੁਕਤ ਸਮਾਜ ਮੋਰਚੇ ਦੇ ਬੁਲਾਰੇ ਵੀ ਹੈ ਅਤੇ ਮੋਹਾਲੀ ਤੋਂ ਉਮੀਦਵਾਰ ਵੀ ਨੇ ਰਵਨੀਤ ਸਿੰਘ ਬਰਾੜ, ਉਹਨਾਂ ਨੇ ਦਿੱਤੀ ਹੈ।
ਉਹਨਾਂ ਨੇ ਇੱਕ ਟਵੀਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਤੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬੀਆਂ ਦੀ ਜਿੱਤ, ਆਖਰਕਾਰ ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਨੂੰ ਪਾਰਟੀ ਦੇ ਤੌਰ ਤੇ ਮਾਨਤਾ ਦੇ ਦਿੱਤੀ। ਦੇਰ ਆਏ ਦੁਰਸਤ ਆਏ। ਦੱਸਣਾ ਬਣਦਾ ਹੈ ਕਿ 25 ਦਸੰਬਰ ਨੂੰ ਇਹਨਾਂ ਨੇ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ। ਉਹਨਾਂ ਦੀ ਅਰਜ਼ੀ ਤੇ ਚੋਣ ਕਮਿਸ਼ਨ ਨੇ ਕੁਝ ਇਤਰਾਜ਼ ਉਠਾਏ ਸੀ। ਉਹਨਾਂ ਇਤਰਾਜ਼ਾਂ ਦਾ ਜਵਾਬ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ 7 ਜਨਵਰੀ ਵਾਲੇ ਦਿਨ ਦੇ ਦਿੱਤਾ ਗਿਆ ਸੀ। ਉਹਦੇ ਤੋਂ ਬਾਅਦ ਵੀ ਸੰਯੁਕਤ ਸਮਾਜ ਮੋਰਚੇ ਨੂੰ ਮਾਨਤਾ ਨਹੀਂ ਸੀ ਦਿੱਤੀ ਜਾ ਰਹੀ, ਕਿਉਂਕਿ ਜਿੰਨੀ ਦੇਰ ਤੱਕ ਚੋਣ ਨਿਸ਼ਾਨ ਨਹੀਂ ਮਿਲਦਾ, ਪਾਰਟੀ ਨੂੰ ਮਾਨਤਾ ਨਹੀਂ ਮਿਲਦੀ। ਕਿਹੜਾ ਇਸ਼ਤਿਹਾਰ, ਕਿਹੜਾ ਬੋਰਡ, ਕਿਹੜੇ ਪਿੰਡ ਜਾਂ ਸ਼ਹਿਰ ਦੇ ਵਿੱਚ ਜਾ ਕੇ ਉਹ ਦੱਸਣ ਕਿ ਭਾਈ ਵੋਟ ਤੁਸੀਂ ਕਿਹੜੇ ਚੋਣ ਨਿਸ਼ਾਨ ਨੂੰ ਆਧਾਰ ਬਣਾ ਕੇ ਪਾਉਣੀ ਹੈ। ਹਾਲਾਂਕਿ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਨੂੰ ਚੋਣ ਨਿਸ਼ਾਨ ਕੱਪ ਤੇ ਪਲੇਟ ਮਿਲ ਚੁੱਕਿਆ ਹੈ, ਪਰ ਸੰਯੁਕਤ ਸਮਾਜ ਮੋਰਚੇ ਦਾ ਇਹ ਇਤਰਾਜ਼ ਕਿ ਸਾਨੂੰ ਪਾਰਟੀ ਵਜੋਂ ਮਾਨਤਾ ਨਹੀਂ ਮਿਲ ਰਹੀ। ਉਹਨਾਂ ਦਾ ਇਹ ਵੀ ਦੋਸ਼ ਸੀ ਕਿ ਸਭ ਤੋਂ ਵੱਧ ਅੜਿੱਕਾ ਆਮ ਆਦਮੀ ਪਾਰਟੀ ਢਾ ਰਹੀ ਹੈ। ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਤੇ ਵੀ ਉਹ ਦੋਸ਼ ਲਾ ਰਹੀ ਸੀ, ਪਰ ਆਖਰਕਾਰ ਮਾਨਤਾ ਮਿਲ ਗਈ। 117 ਦੇ 117 ਹਲਕਿਆਂ ਤੋਂ ਚੜੂਨੀ ਸਾਹਿਬ ਤੇ ਸੰਯੁਕਤ ਸਮਾਜ ਮੋਰਚਾ ਦੀ ਪਾਰਟੀ ਦਾ ਗੱਠਜੋੜ ਹੈ, ਉਮੀਦਵਾਰ ਖੜੇ ਕਰ ਦਿੱਤੇ ਹੈ। ਵੇਖਦੇ ਹਾਂ ਕਿ ਚੋਣ ਨਿਸ਼ਾਨ ਕੀ ਮਿਲਦਾ ਹੈ। ਅਗਲੀ ਖਬਰ ਹੈ, ਬਿਕਰਮ ਸਿੰਘ ਮਜੀਠੀਆ ਨੂੰ ਬੀਤੇ ਦਿਨੀ ਮਾਨਯੋਗ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਸੀ, ਪਰ ਹੁਣ ਖਬਰ ਹੈ ਕਿ ਸੁਪਰੀਮ ਕੋਰਟ ਨੇ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਤੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਵੀ ਇੱਕ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਬੈਂਸ ਦੀ ਗ੍ਰਿਫਤਾਰੀ ਤੇ 3 ਫਰਵਰੀ ਤੱਕ ਰੋਕ ਲਾ ਦਿੱਤੀ ਹੈ। ਦੱਸਣਾ ਬਣਦਾ ਕਿ ਬੈਂਸ ਦੇ ਖਿਲਾਫ ਇੱਕ ਮਹਿਲਾ ਨੇ ਜ਼ਬਰਦਨਾ ਦੇ ਦੋਸ਼ ਲਗਾ ਕੇ ਮੁਕੱਦਮਾ ਦਰਜ ਕਰਵਾਇਆ ਹੋਇਆ ਹੈ ਅਤੇ ਪੁਲਿਸ ਹਾਲੇ ਤੱਕ ਉਸ ਮਾਮਲੇ ਦੇ ਵਿੱਚ ਬੈਂਸ ਦੀ ਗ੍ਰਿਫਤਾਰੀ ਨਹੀਂ ਕਰ ਸਕੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬਾਅਦ ਵਿਧਾਇਕ ਬੈਂਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਦੇ ਮੁੱਖ ਜੱਜ NV ਰਮੰਨਾ, AS ਬੋਪੰਨਾ ਅਤੇ ਹਿਮਾ ਕੋਹਲੀ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਆ ਕਿ ਆਉਣ ਵਾਲੇ ਵੀਰਵਾਰ ਤੱਕ ਵਿਧਾਇਕ ਬੈਂਸ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਨੇ ਦੱਸ ਦਿੱਤਾ ਕਿ ਅਗਲੀ ਜਿਹੜੀ ਸੁਣਵਾਈ ਹੈ ਇਸ ਮਾਮਲੇ ਦੀ, ਇਹ ਆਉਣ ਵਾਲੇ ਵੀਰਵਾਰ ਨੂੰ ਤੈਅ ਕਰ ਦਿੱਤੀ ਹੈ। ਤੁਹਾਨੂੰ ਯਾਦ ਕਰਵਾ ਦਿਆਂ ਕਿ ਬੀਤੇ ਦਿਨੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ FIR ਦਰਜ ਕੀਤੀ ਗਈ ਸੀ, ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ, ਛਾਪੇਮਾਰੀਆਂ ਵੀ ਹੋਈਆਂ ਸੀ, ਭਾਵੇਂ ਕਿ ਬਿਕਰਮ ਮਜੀਠੀਆ ਹੱਥ ਨਹੀਂ ਸੀ ਲੱਗੇ, ਉਹ ਰੂਪੋਸ਼ ਰਹੇ ਸੀ, ਤਾਂ ਸੁਖਬੀਰ ਬਾਦਲ ਨੇ ਵੀ ਤੇ ਬਾਅਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਵੀ ਇਹ ਦੋਸ਼ ਲਾਏ ਸੀ ਕਿ ਸਾਨੂੰ ਤਾਂ ਤੰਗ ਕੀਤਾ ਜਾ ਰਿਹਾ ਹੈ, ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ, ਤੇ ਦੂਸਰੇ ਪਾਸੇ ਸਿਮਰਜੀਤ ਬੈਂਸ ਦੇ ਖਿਲਾਫ ਵੀ FIR ਦਰਜ ਹੈ ਤੇ ਉਹਨੂੰ ਫੜਿਆ ਹੀ ਨਹੀਂ ਜਾ ਰਿਹਾ, ਗ੍ਰਿਫਤਾਰ ਹੀ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਦਿੱਤੀ ਸੀ ਤੇ ਹੁਣ ਬੈਂਸ ਨੂੰ ਵੀ ਰਾਹਤ ਦੇ ਦਿੱਤੀ ਹੈ। ਦੱਸਣਾ ਬਣਦਾ ਕਿ 16 ਨਵੰਬਰ ਤੇ 2020 ਨੂੰ ਵਿਧਾਇਕ ਸਿਮਰਜੀਤ ਬੈਂਸ, ਕਮਲਜੀਤ ਸਿੰਘ, ਬਲਵਿੰਦਰ ਕੌਰ, ਜਸਬੀਰ ਕੌਰ ਉਰਫ ਭਾਬੀ, ਸੁਖਚੈਨ ਸਿੰਘ, ਪਰਮਜੀਤ ਉਰਫ ਪੰਮਾ ਅਤੇ ਗੋਗੀ ਸ਼ਰਮਾ ਦੇ ਖਿਲਾਫ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦੇ ਕੋਲ ਇੱਕ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਦੋਸ਼ ਲਾਏ ਸੀ ਕਿ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ 'ਚ ਕਿਹਾ ਗਿਆ ਸੀ ਇਹਨਾਂ ਨੂੰ ਕਿ ਮਾਮਲਾ ਸੁਲਝਾ ਦਿਓ। ਸੁਲਝਾਉਣ ਦੇ ਇਵਜ਼ ਦੇ ਵਿੱਚ ਵਿਧਾਇਕ ਬੈਂਸ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਪੀੜਤ ਮਹਿਲਾ ਦੀ ਲੰਬੀ ਜੱਦੋ-ਜਹਿਦ ਤੋਂ ਬਾਅਦ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ 7 ਜੁਲਾਈ ਅਤੇ 2021 ਨੂੰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ FIR ਦਰਜ ਕਰਨ ਦੇ ਆਦੇਸ਼ ਦੇ ਦਿੱਤੇ ਸੀ ਅਤੇ ਸਿਮਰਜੀਤ ਸਿੰਘ ਬੈਂਸ ਨੇ ਇਹਨਾਂ ਆਦੇਸ਼ਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਸੀ। ਅਦਾਲਤ ਨੇ ਸਿਮਰਜੀਤ ਬੈਂਸ ਦੀ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ ਅਤੇ ਉਹਨਾਂ ਦੇ ਖਿਲਾਫ FIR ਦਰਜ ਹੋ ਗਈ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਵਿਧਾਇਕ ਬੈਂਸ ਤੇ ਦੋਸ਼ ਲਗਾਉਣ ਵਾਲੀ ਮਹਿਲਾ ਬੀਤੇ 8 ਮਹੀਨਿਆਂ ਤੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਹੀ ਹੈ ਅਤੇ ਉਹ ਵਿਧਾਇਕ ਬੈਂਸ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਉਣ ਅਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਲਾ ਰਹੀ ਹੈ। ਹੁਣ ਹੋਇਆ ਕਿ ਉਹ ਸੁਨੇਹਾ ਵਾਰ-ਵਾਰ ਇਹ ਲਾਉਂਦੀ ਸੀ ਕਿ ਹਾਲੇ ਤੱਕ ਪੁਲਿਸ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੀ, ਕਾਰਵਾਈ ਕਿਉਂ ਨਹੀਂ ਕਰ ਰਹੀ। ਫਿਰ ਉਹਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਤੇ ਇਸ ਮਾਮਲੇ ਵਿੱਚ ਹੁਣ ਆਉਣ ਵਾਲੇ ਵੀਰਵਾਰ ਨੂੰ ਸੁਣਵਾਈ ਹੋਣੀ ਹੈ ਤੇ ਵੀਰਵਾਰ ਤੱਕ ਨਾਲ ਹੀ ਸੁਪਰੀਮ ਕੋਰਟ ਨੇ ਵਿਧਾਇਕ ਬੈਂਸ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ। ਹੁਣ ਦੇਖਣਾ ਹੋਊਗਾ, ਕਿਉਂਕਿ ਮੁਸ਼ਕਲਾਂ ਵੱਧ ਵੀ ਸਕਦੀਆਂ ਨੇ, ਕਿਉਂਕਿ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਆਪਣੇ ਹਲਕੇ 'ਚ ਦਬਦਬਾ ਤੇ ਕਈ ਉਹਨਾਂ ਨੇ ਉਮੀਦਵਾਰ ਹੋਰ ਵੀ ਐਲਾਨੇ ਹੈ।
ਚੋਣ ਪ੍ਰਚਾਰ ਮਗਿਆ ਹੋਇਆ ਭਖਿਆ ਹੋਇਆ। ਜੇਕਰ ਵੀਰਵਾਰ ਨੂੰ ਮਾਨਯੋਗ ਅਦਾਲਤ ਨੇ ਵਿਧਾਇਕ ਬੈਂਸ ਨੂੰ ਰਾਹਤ ਨਾ ਦਿੱਤੀ ਤਾਂ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਪਰ ਹਾਲ ਦੀ ਘੜੀ ਵੀਰਵਾਰ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ। ਪਰ ਦੂਸਰੇ ਪਾਸੇ ਇੱਕ ਬਰਖਾਸਤ ਡੀਐਸਪੀ ਨੇ, ਲੁਧਿਆਣੇ ਨਾਲ ਸੰਬੰਧਿਤ ਨੇ, ਉਹਨਾਂ ਨੇ ਕੈਬਨਿਟ ਮੰਤਰੀ ਆਸ਼ੂ ਅਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਸੀ ਤੇ ਹੁਣ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਹੈ ਤੇ ਨਾਲ ਉਹਨਾਂ ਨੇ ਆ ਬੈਂਸ ਵਾਲੇ ਮਾਮਲੇ ਦੇ ਵਿੱਚ ਵੀ ਕੁਝ ਇਨਕਸ਼ਾਫ ਕੀਤੇ ਨੇ। ਪੰਜਾਬ ਪੁਲਿਸ ਨੇ ਦਰਅਸਲ ਜਾਂ ਪੰਜਾਬ ਸਰਕਾਰ ਨੇ ਆਖੀ ਕਿ ਇਸ ਡੀਐਸਪੀ ਨੂੰ ਬਰਖਾਸਤ ਕਰ ਦਿੱਤਾ ਸੀ। ਡੀਐਸਪੀ ਦਾ ਨਾਮ ਹੈ ਬਲਵਿੰਦਰ ਸਿੰਘ ਸੇਖੋਂ। ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਆਸ਼ੂ ਦੇ ਨਾਲ ਉਹਨਾਂ ਦਾ ਪੁਰਾਣਾ ਵਿਵਾਦ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਆਸ਼ੂ ਦੇ ਖਿਲਾਫ ਦੋ ਹੋਰ ਜਿਹੜੇ ਆਸ਼ੂ ਦੇ ਨਜ਼ਦੀਕੀ ਨੇ, ਇੱਕ ਤਰੁਣ ਜੈਨ ਬਾਵਾ ਅਤੇ ਇੱਕ ਗੁਰਪ੍ਰੀਤ ਸਿੰਘ ਗੋਗੀ, ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਨੇ। ਬਰਖਾਸਤ ਡੀਐਸਪੀ ਸੇਖੋਂ ਨੇ ਸਿਰਫ ਆਸ਼ੂ ਦੇ ਖਿਲਾਫ ਹੀ ਪੇਪਰ ਨਹੀਂ ਭਰੇ, ਸਗੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਅੰਮ੍ਰਿਤਸਰ ਤੋਂ ਉਹਨਾਂ ਦੇ ਹਲਕੇ ਤੋਂ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹੈ। ਬਲਵਿੰਦਰ ਸਿੰਘ ਸੇਖੋਂ ਜਿਹੜੇ ਹੁਣ ਬਰਖਾਸਤ ਡੀਐਸਪੀ ਨੇ, ਉਹਨਾਂ ਦਾ ਕਹਿਣਾ ਹੈ ਕਿ ਭਾਰਤ ਭੂਸ਼ਣ ਆਸ਼ੂ ਦਾ ਹੰਕਾਰ ਮੈਂ ਭਰਨਾ ਚਾਹੁੰਦਾ ਕਿਉਂਕਿ ਆਸ਼ੂ ਨੇ ਉਹਦਾ ਕੈਰੀਅਰ ਬਰਬਾਦ ਕੀਤਾ ਹੈ। ਇਸ ਕਰਕੇ ਇਸ ਤਰ੍ਹਾਂ ਦੇ ਹੰਕਾਰੀ ਵਿਅਕਤੀ ਦਾ ਅੰਤ ਹੋਣਾ ਲਾਜ਼ਮੀ ਹੈ। ਉਹਨਾਂ ਇਹ ਵੀ ਆਖਿਆ ਕਿ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਜਿਹੜਾ ਮੁਕੱਦਮਾ ਆ ਸਰੀਰਕ ਸ਼ੋਸ਼ਣ ਵਾਲਾ ਦਰਜ ਹੋਇਆ ਹੈ, ਜੇ ਉਹਨੂੰ ਅੱਜ ਤੱਕ ਕੋਈ ਬਚਾਉਂਦਾ ਆ ਰਿਹਾ ਕੋਈ ਹੋਰ ਨਹੀਂ, ਸਗੋਂ ਭਾਰਤ ਭੂਸ਼ਣ ਆਸ਼ੂ ਬਚਾਉਂਦਾ ਆ ਰਿਹਾ ਹੈ। ਇਸ ਮੌਕੇ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੀ ਜਿਹੜੀ ਮਹਿਲਾ ਹੈ, ਜਦੋਂ ਉਹ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਾ ਕੇ ਧਰਨਾ ਲਾਉਂਦੀ ਹੈ ਤੇ ਇਹ ਬਰਖਾਸਤ ਡੀਐਸਪੀ ਵੀ ਧਰਨੇ ਦੇ ਨਾਲ ਉਹਦੇ ਜਾ ਕੇ ਬਹਿੰਦਾ ਹੈ। ਹੁਣ ਤਕਰੀਬਨ 5 ਮਹੀਨੇ ਪਹਿਲਾਂ ਅਕਤੂਬਰ ਦਾ ਮਹੀਨਾ ਸੀ, ਬਲਵਿੰਦਰ ਸਿੰਘ ਸੇਖੋਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਦੋਸ਼ ਇਹ ਲਾਏ ਗਏ ਸੀ ਕਿ ਸੇਖੋਂ ਨੇ ਡਿਊਟੀ ਤੇ ਰਹਿੰਦਿਆਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਮਰਿਆਦਾ ਭੰਗ ਕੀਤੀ ਹੈ, ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੇ ਖਿਲਾਫ ਪੋਸਟਾਂ ਪਾਉਂਦਾ ਰਿਹਾ ਤੇ ਇਹਨਾਂ ਦੋਸ਼ਾਂ ਦੇ ਕਾਰਨ ਬਲਵਿੰਦਰ ਸਿੰਘ ਸੇਖੋਂ ਬੀਤੇ ਲੰਬੇ ਸਮੇਂ ਤੋਂ ਪਹਿਲਾਂ ਤਾਂ ਨੌਕਰੀ ਤੋਂ ਮੁਅੱਤਲ ਕੀਤੇ ਹੋਏ ਸੀ। ਜਾਂਚ ਦੇ ਦੌਰਾਨ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਚਲੇ ਗਏ ਸੀ। ਹਾਲੇ ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਹੋਈ ਨਹੀਂ, ਚੱਲ ਰਹੀ ਹੈ। ਇਸੇ ਦਰਮਿਆਨ ਸਰਕਾਰ ਨੇ ਉਹਨਾਂ ਨੂੰ ਬਰਖਾਸਤਗੀ ਦੇ ਆਦੇਸ਼ ਜਾਰੀ ਕਰ ਦਿੱਤੇ ਸੀ। ਸੇਖੋਂ ਦੇ ਖਿਲਾਫ ਜਿਹੜੇ ਬਰਖਾਸਤਗੀ ਆਰਡਰ ਸੀ, ਪੱਤਰ ਦੇ ਵਿੱਚ ਲਿਖਿਆ ਗਿਆ ਸੀ ਕਿ ਡੀਐਸਪੀ ਸੇਖੋਂ ਨੇ 13 ਸਤੰਬਰ 2019 ਤੋਂ 30 ਨਵੰਬਰ 2019 ਤੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਗਲਤ ਟਿੱਪਣੀਆਂ ਕੀਤੀਆਂ। ਇੰਨਾ ਹੀ ਨਹੀਂ, ਨਵੰਬਰ 2019 ਤੋਂ ਦਸੰਬਰ 2019 ਤੱਕ ਪਹਿਲੀ ਕਮਾਂਡੋ ਬਟਾਲੀਅਨ ਵਿੱਚ ਉਹ ਡਿਊਟੀ ਤੋਂ ਵੀ ਗੈਰ ਹਾਜ਼ਰ ਰਿਹਾ। ਉਹਦੇ ਉੱਤੇ ਇਹ ਵੀ ਦੋਸ਼ ਲਗਾਏ ਗਏ ਕਿ ਉਹਨੇ ਨੌਕਰੀ ਸਮੇਂ ਜਦੋਂ ਜੁਆਇਨ ਕੀਤਾ ਜਾਂਦਾ ਤੇ ਇੱਕ ਸਹੁੰ ਚੁਕਾਈ ਜਾਂਦੀ ਹੈ, ਉਸ ਸਹੁੰ ਨੂੰ ਵੀ ਭੰਗ ਕਰ ਦਿੱਤਾ, ਸਹੁੰ ਵੀ ਤੋੜ ਦਿੱਤੀ। ਨਾਲ ਹੀ ਉਸ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਸੇਖੋਂ ਨੂੰ ਆਪਣੀ ਪੋਜੀਸ਼ਨ ਭਾਵ ਗੱਲ ਰੱਖਣ ਦਾ ਮੌਕਾ ਵੀ ਦਿੱਤਾ ਗਿਆ ਸੀ, ਪਰ ਉਸ ਮੌਕੇ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰ ਸਕਿਆ। ਇਹ ਦੋਸ਼ ਉਹ ਗਲਤ ਸਾਬਤ ਨਹੀਂ ਕਰ ਸਕਿਆ, ਇਸ ਕਰਕੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। 2019 ਚ ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਬਲਵਿੰਦਰ ਸੇਖੋਂ ਜੋ ਨਗਰ ਨਿਗਮ ਦੇ ਵਿੱਚ ਡੀਐਸਪੀ ਦੀ ਪੋਸਟ ਤੇ ਤੈਨਾਤ ਸੀ, ਉਸ ਵਕਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਉਹਨਾਂ ਦੀ ਹੋਈ ਗੱਲਬਾਤ ਦੀ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਇੱਕ ਦੂਸਰੇ ਨੂੰ ਆਸ਼ੂ ਤੇ ਸੇਖੋਂ ਕਾਫੀ ਬੁਰਾ ਭਲਾ ਆਖ ਰਹੇ ਸੀ, ਗਾਲੀ ਗਲੋਚ ਹੋ ਰਿਹਾ ਸੀ। ਦੋਵਾਂ ਦੀਆਂ ਦੂਰੀਆਂ ਵੱਧ ਗਈਆਂ ਸੀ ਤੇ ਉਸ ਸਮੇਂ ਨਵਜੋਤ ਸਿੰਘ ਸਿੱਧੂ ਵੀ ਮੰਤਰੀ ਦੇ ਅਹੁਦੇ ਤੇ ਹੁੰਦੇ ਸਨ। ਆਖਿਆ ਜਾਂਦਾ ਸੀ ਕਿ ਬਲਵਿੰਦਰ ਸੇਖੋਂ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀਆਂ ਚੋਂ ਹੈ, ਇਸੇ ਕਰਕੇ ਉਹ ਕੈਬਨਿਟ ਮੰਤਰੀ ਆਸ਼ੂ ਦੇ ਨਾਲ ਖਹਿੰਦਾ ਹੈ। ਪਰ ਹੁਣ ਕਿ ਜੇਕਰ ਉਹ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਸੀ ਜਾਂ ਤਾਂ ਬਾਅਦ ਦੇ ਵਿੱਚ ਉਹਨੂੰ ਇਸ ਗੱਲ ਦਾ ਗਿਲਾ ਕਿ ਸਿੱਧੂ ਨੇ ਮੇਰੀ ਮਦਦ ਨਹੀਂ ਕੀਤੀ, ਪਹਿਲਾਂ ਪੰਗਾ ਪਵਾ ਦਿੱਤਾ, ਉਹਨੇ ਆਸ਼ੂ ਦੇ ਖਿਲਾਫ ਵੀ ਤੇ ਸਿੱਧੂ ਦੇ ਖਿਲਾਫ ਵੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹੈ। ਪਰ ਆਜ਼ਾਦ ਉਮੀਦਵਾਰਾਂ ਦਾ ਬਣਦਾ ਕੀ ਹੈ, ਬਹੁਤੇ ਕਈ ਵਾਰੀ ਸਫਲ ਹੁੰਦੇ ਨਹੀਂ। ਅਗਲੀ ਖਬਰ ਹੈ ਕਿ ਇਸ ਤਰ੍ਹਾਂ ਇੱਕ ਗੁੱਸਾ, ਕਿਉਂਕਿ ਸੇਖੋਂ ਨੂੰ ਵੀ ਗੁੱਸਾ ਕਿ ਮੈਨੂੰ ਬਰਖਾਸਤ ਕਰ ਦਿੱਤਾ ਗਿਆ, ਮੇਰੇ ਨਾਲ ਬਦਸਲੂਕੀ ਹੋਈ ਹੈ, ਤੇ ਹੁਣ ਜਗਮੋਹਨ ਕੰਗ ਵੀ ਗੁੱਸੇ 'ਚ ਨੇ। ਪੁਰਾਣੇ ਕਾਂਗਰਸੀ ਨੇ ਤਕਰੀਬਨ 47 ਵਰ੍ਹੇ ਹੋ ਗਏ ਸੀ ਕਾਂਗਰਸ ਦੇ ਵਿੱਚ, ਇਹਨਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੇ ਵੀ ਰਹੇ। ਪਿਛਲੀ ਵਾਰੀ ਇਹ ਹਲਕਾ ਖਰੜ ਤੋਂ ਆਪ ਦੇ ਉਮੀਦਵਾਰ ਕੰਵਰ ਸੰਧੂ ਤੋਂ ਹਾਰ ਖਾ ਗਏ ਸੀ ਤੇ ਹੁਣ ਆਖਰਕਾਰ ਉਹਨਾਂ ਨੇ ਅੱਕ ਚੱਬ ਲਿਆ। ਕਾਂਗਰਸ ਦੇ ਸੀਨੀਅਰ ਆਗੂ ਸੀ ਕੰਗ।
ਆਪਣੇ ਪਰਿਵਾਰ ਸਮੇਤ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚੋਂ ਸ਼ਾਮਲ ਹੋ ਗਏ ਹੈ। ਅਸਲ ਦੇ ਵਿੱਚ ਗੁੱਸਾ ਕੀ ਸੀ ਕਿ ਹਾਈ ਕਮਾਨ ਤੋਂ ਉਹਨਾਂ ਨੇ ਟਿਕਟ ਮੰਗੀ ਸੀ ਖਰੜ ਤੋਂ। ਉਹ ਚਾਹੁੰਦੇ ਸੀ ਕਿ ਇਸ ਵਾਰ ਮੈਂ ਨਹੀਂ, ਤੁਸੀਂ ਕਹਿੰਦੇ ਕੋਈ ਯੂਥ ਮੈਦਾਨ 'ਚ ਨਿਤਰੇ ਮੇਰੇ ਮੁੰਡੇ ਯਾਦਵਿੰਦਰ ਕੰਗ ਨੂੰ ਟਿਕਟ ਦਿੱਤੀ ਜਾਵੇ। ਇਸ ਨਾਰਾਜ਼ਗੀ ਦੇ ਚੱਲਦਿਆਂ ਉਹਨਾਂ ਨੇ ਪੰਜਾਬ ਇਨਫੋਟੈਕ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਯਾਦਵਿੰਦਰ ਕੰਗ ਨੂੰ ਚੋਣ ਲੜਾਉਣਾ ਚਾਹੁੰਦੇ ਸੀ, ਟਿਕਟ ਦਿੱਤੀ ਨਹੀਂ ਸੀ ਗਈ। ਇਹਦੇ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਬੀਤੇ ਦਿਨੀ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਪ੍ਰੈਸ ਕਾਨਫਰੰਸਿਸ ਕਰਕੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ। ਉਹਨਾਂ ਨੇ ਆਖਿਆ ਸੀ ਕਿ ਸੁਨੀਲ ਜਾਖੜ ਮੇਰੇ ਹੱਕ 'ਚ, ਹਾਈ ਕਮਾਂਡ ਮੇਰੇ ਹੱਕ 'ਚ, ਨਵਜੋਤ ਸਿੰਘ ਸਿੱਧੂ ਮੇਰੇ ਹੱਕ 'ਚ, ਪਰ ਚਰਨਜੀਤ ਸਿੰਘ ਚੰਨੀ ਮੇਰੇ ਉਲਟ ਭੁਗਤੇ। ਨਾਲ ਉਹਨਾਂ ਨੇ ਇਹ ਵੀ ਦੱਸ ਦਿੱਤਾ ਸੀ ਕਿ ਇਹ ਦੋਸ਼ ਨਹੀਂ ਕਿ ਚਰਨਜੀਤ ਸਿੰਘ ਚੰਨੀ ਨਜਾਇਜ਼ ਮਾਈਨਿੰਗ ਦੇ ਧੰਦਿਆਂ 'ਚ ਸ਼ਾਮਲ ਆ। ਉਹ ਕਹਿੰਦੇ ਬਿਲਕੁਲ ਗੱਲ ਸੱਚੀ ਹੈ। ਤੇ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਚਰਨਜੀਤ ਸਿੰਘ ਚੰਨੀ ਨੂੰ ਦਿਨੇ ਤਾਰੇ ਦਿਖਾਵਾਂਗਾ। ਮੈਂ ਦੱਸਦੇ ਹਾਂ ਕਿ ਹਲਕਾ ਦੋਵਾਂ ਦਾ ਦਰਅਸਲ ਇੱਕੋ ਹੀ ਹੈ। ਪਹਿਲਾਂ ਮਰਿੰਡਾ ਹਲਕਾ ਹੁੰਦਾ ਸੀ, ਜਗਮੋਹਨ ਕੰਗ ਹੋਰਾਂ ਦਾ ਮਰਿੰਡੇ ਵੀ ਘਰ ਹੈ ਚੰਨੀ ਜੀ ਦਾ, ਤੇ ਹੁਣ ਖਰੜ ਤੇ ਖਰੜ ਵੀ ਤੁਹਾਨੂੰ ਪਤਾ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਘਰ ਹੈ। ਚਮਕੌਰ ਸਾਹਿਬ, ਖਰੜ, ਮੋਰਿੰਡਾ ਇਹ ਹਲਕੇ ਨਾਲ ਹੀ ਲੱਗਦੇ ਆ। ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਚਰਨਜੀਤ ਸਿੰਘ ਚੰਨੀ ਵਾਸਤੇ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ, ਕਿਉਂਕਿ ਜਗਮੋਹਨ ਕੰਗ ਦਾ ਧੜਾ ਕਾਂਗਰਸ ਪਾਰਟੀ ਨੂੰ ਛੱਡ ਹੁਣ ਆਮ ਆਦਮੀ ਪਾਰਟੀ ਦੀ ਹਮਾਇਤ ਤੇ ਹੋਵੇਗਾ। ਪਰ ਦਲ ਬਦਲੂ ਨੇ ਜਿਹੜੇ, ਭਾਵੇਂ ਇਹਨਾਂ ਨੂੰ ਟਿਕਟ ਤਾਂ ਨਹੀਂ ਮਿਲੀ, ਪਰ ਹੋ ਸਕਦਾ ਬਹੁਤੇ ਲੋਕ ਇਹਨਾਂ ਦੀ ਗੱਲ ਦੇ ਵਿੱਚ ਵਿਸ਼ਵਾਸ ਨਾ ਕਰਨ, ਕਿਉਂਕਿ ਕਾਰਨ ਇਹ ਹੈ ਕਿ ਜੇ ਚਰਨਜੀਤ ਸਿੰਘ ਚੰਨੀ ਹੋਰੀ ਸੱਚਮੁੱਚ ਬਹੁਤ ਕਰਪਟ ਨੇ, ਨਜਾਇਜ਼ ਧੰਦਿਆਂ ਦੇ ਵਿੱਚ ਗਲਤਾਨ ਨੇ, ਜੇ ਕਾਂਗਰਸ ਦੀ ਟਿਕਟ ਮਿਲ ਜਾਂਦੀ ਕਿ ਫਿਰ ਚਰਨਜੀਤ ਸਿੰਘ ਚੰਨੀ ਦੁੱਧ ਤੋਤੇ ਸੀ। ਇਹ ਆਪਣੇ ਆਪ ਦੇ ਵਿੱਚ ਗੱਲ ਸੋਚਣ ਤੇ ਵਿਚਾਰਨ ਵਾਲੀ ਹੈ। ਅਗਲੀ ਜਿਹੜੀ ਜਦੋਂ ਦਲ ਬਦਲੂਆਂ ਦਾ ਮੈਂ ਜ਼ਿਕਰ ਕੀਤਾ, ਫਤਿਹ ਜੰਗ ਸਿੰਘ ਬਾਜਵਾ, ਤੁਹਾਨੂੰ ਯਾਦ ਹੋਣਾ ਕਿ ਦਸੰਬਰ ਮਹੀਨੇ ਕਾਂਗਰਸ ਨੂੰ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਸੀ ਤੇ ਭਾਜਪਾ ਨੇ ਬਟਾਲਾ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਹੋਇਆ। ਤੇ ਕੱਲ ਫਤਿਹ ਜੰਗ ਸਿੰਘ ਬਾਜਵਾ ਦਾ ਇੱਕ ਰੋਡ ਸ਼ੋਅ, ਉਹਦੇ ਦੌਰਾਨ ਭਾਜਪਾ ਦੇ ਦੋ ਧੜੇ ਆਪਸ ਦੇ ਵਿੱਚ ਖੈਬੜੇ ਆ ਤੇ ਖੈਬੜ ਖਬੜਈਆ ਇੱਥੇ ਤੱਕ ਜਾ ਕੇ ਮੁੱਕਿਆ ਕਿ ਥੱਪੜੋ ਥੱਪੜੀ ਹੋ ਗਿਆ ਕੰਮ। ਥੱਪੜੋ ਥੱਪੜੀ ਤੇ ਹੋ ਕੇ ਗੱਲ ਨਿਬੜੀ ਹੈ ਜਾ ਕੇ। ਹੁਣ ਤਤਕਾਲੀ ਨਗਰਪਾਲਿਕਾ ਪ੍ਰਧਾਨ ਨਰੇਸ਼ ਮਹਾਜਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ ਦੇ ਸਮਰਥਕਾਂ ਨੇ ਇੱਕ ਦੂਸਰੇ ਖਿਲਾਫ ਭੱਦੀ ਸ਼ਬਦਾਵਲੀ ਗਾਲੀ ਗਲੋਚ ਵੀ ਕੀਤਾ। ਇੱਕ ਭਾਜਪਾ ਆਗੂ ਦੇ ਲੜਕੇ ਨੇ, ਖਬਰ ਮਿਲ ਰਹੀ ਹੈ ਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਦੇ ਲੜਕੇ ਨੇ ਇੱਕ ਹੋਰ ਸੀਨੀਅਰ ਆਗੂ ਹੈ ਉਹਦੇ ਥੱਪੜ ਝੜ ਦਿੱਤਾ। ਥੱਪੜ ਮਾਰਨ ਕਰਕੇ ਇਹ ਮਾਮਲਾ ਭਖਿਆ। ਨਰੇਸ਼ ਮਹਾਜਨ ਤੇ ਰਾਕੇਸ਼ ਭਾਟੀਆ ਵੀ ਪਤਾ ਲੱਗਾ ਕਿ ਗੁੱਥਮ ਗੁੱਥੀ ਹੋ ਗਈ ਤੇ ਇਹ ਵੀਡੀਓ ਵਾਇਰਲ ਵੀ ਹੋ ਗਈ। ਇਹ ਵੀਡੀਓ ਹੁਣ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਪਤਾ ਲੱਗਿਆ ਕਿ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨ ਚੁੱਗ 3 ਦਿਨ ਪਹਿਲਾਂ ਦੋਵਾਂ ਧੜਿਆਂ ਦੀ 16 ਸਫਾਈ ਕਰਵਾਉਣ ਵਾਸਤੇ ਵੀ ਉੱਥੇ ਪਹੁੰਚੇ ਸੀ, ਪਰ ਇਸ ਗੱਲ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਉਹਨਾਂ ਦੀ 16 ਸਫਾਈ ਕਰਵਾਉਣ ਦਾ ਹੱਲ ਜਾਂ ਮਸਲਾ ਹੱਲ ਕੋਈ ਨਹੀਂ ਹੋ ਸਕਿਆ, ਫਾਇਦਾ ਕੋਈ ਨਹੀਂ ਹੋ ਸਕਿਆ। ਇਸ ਤਕਰਾਰਬਾਜ਼ੀ ਦਾ, ਇਸ ਖਹਿਬਾਜ਼ੀ ਦਾ ਖਮਿਆਜ਼ਾ ਕੌਣ ਭੁਗਤੂ? ਫਤਿਹ ਜੰਗ ਸਿੰਘ ਬਾਜਵਾ, ਕਿਉਂਕਿ ਨਤੀਜਿਆਂ ਦੇ ਉੱਤੇ ਅਸਰ ਪਊ। ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬਾਜਵਾ ਦੇ ਵੱਲੋਂ ਆਪਣੀ ਪੁਰਾਣੀ ਸਾਂਝ ਵਾਲੇ ਕੁਝ ਕਾਂਗਰਸੀ ਆਗੂ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਕੀਤੇ ਜਾਂ ਕਰਵਾਏ ਜਾ ਰਹੇ ਨੇ। ਇਹਦੇ ਕਰਕੇ ਭਾਜਪਾ ਦੇ ਦੋਵੇਂ ਧੜੇ ਖਫਾ ਨੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਜਵਾ ਨੂੰ ਬਟਾਲਾ ਤੋਂ ਟਿਕਟ ਮਿਲਣ ਦੇ ਕਰਕੇ ਭਾਜਪਾ ਦੇ ਦੋਵੇਂ ਧੜੇ ਜਿਹੜੇ ਪੁਰਾਣੇ ਨੇ, ਉਹ ਕੁਝ ਪੁਰਾਣੇ ਤੇ ਸੀਨੀਅਰ ਆਗੂ ਭਾਜਪਾ ਦੇ ਨਾਰਾਜ਼ ਚੱਲ ਰਹੇ ਨੇ। ਬਾਜਵਾ ਨੇ ਇਹਨਾਂ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਫਤਿਹ ਜੰਗ ਸਿੰਘ ਬਾਜਵਾ ਦਾ ਕਾਦੀਆਂ ਤੋਂ ਐਲਾਨ ਵੀ ਕਰ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੇ, ਉੱਥੋਂ ਦੇ ਵਿਧਾਇਕ ਸੀ, ਪਰ ਉਹ ਅਤੇ ਪ੍ਰਤਾਪ ਸਿੰਘ ਬਾਜਵਾ ਦੋਵੇਂ ਭਰਾ ਨੇ ਆਮੋ ਸਾਹਮਣੇ ਹੋ ਗਏ ਸੀ। ਇਸ ਕਰਕੇ ਦਸੰਬਰ ਮਹੀਨੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਭਾਰਤੀ ਜਨਤਾ ਪਾਰਟੀ ਵਾਲਾ ਕਮਲ ਫੁੱਲ ਫੜ ਲਿਆ ਸੀ ਤੇ ਨਾਲ ਇਹ ਵੀ ਆਖਿਆ ਸੀ ਕਿ ਮੈਨੂੰ ਪਤਾ ਹੈ ਮੈਂ ਦੂਰ ਅੰਦੇਸ਼ੀ ਤੋਂ ਕੰਮ ਲਿਆ, ਜੇ ਪੰਜਾਬ ਦਾ ਮੂੰਹ ਮੱਥਾ ਸਵਾਰਨਾ ਹੈ ਤਾਂ ਭਾਰਤੀ ਜਨਤਾ ਪਾਰਟੀ ਹੀ ਸਵਾਰ ਸਕਦੀ ਹੈ। ਪਰ ਫਤਿਹ ਜੰਗ ਸਿੰਘ ਬਾਜਵਾ ਜੀ, ਪੰਜਾਬ ਦਾ ਮੂੰਹ ਮੱਥਾ ਠੀਕ ਆ ਸੰਵਰ ਜਾਊਗਾ, ਪਰ ਪਹਿਲਾਂ ਬਟਾਲੇ ਦੇ ਵਿੱਚ ਸਵਾਰ ਲਓ ਇਹਨਾਂ ਨੂੰ। ਇੱਕ ਦੂਸਰੇ ਦੇ ਧੜੇਬਾਜ਼ੀ, ਖੈਬੜ ਖਬੜਈਆ, ਥੱਪੜੋ ਥੱਪੜੀ ਇਹ ਖੂਨ ਤੋਂ ਬਚਾ ਲਓ। ਧੜਿਆਂ 'ਚ ਜੇ ਵੰਡੇ ਗਏ ਤਾਂ ਹਾਰ ਨਿਸ਼ਚਿਤ ਹੈ। ਜੇ ਹਾਰ ਨੂੰ ਜਿੱਤ 'ਚ ਤਬਦੀਲ ਕਰਨਾ ਹੈ ਤਾਂ ਏਕਤਾ ਕਰਨੀ ਪਊ, ਭਾਵੇਂ ਉਹ ਪਾਰਟੀ ਕੋਈ ਵੀ ਹੈ। ਪਰ ਕਿਸਾਨੀ ਅੰਦੋਲਨ ਚੱਲਿਆ, ਉਹਦੇ ਤੋਂ ਬਾਅਦ ਇਹ ਪਹਿਲੀ ਚੋਣ ਹੋ ਰਹੀ ਹੈ।
ਇਹਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਹਰ ਇੱਕ ਥਾਂ ਦੇ ਉੱਤੋਂ ਵਿਰੋਧ ਹੋ ਰਿਹਾ ਹੈ। ਫਰੀਦਕੋਟ ਦਾ ਨੇੜਲਾ ਕਸਬਾ ਸਾਦਿਕ, ਖਬਰ ਮਿਲੀ ਹੈ ਕਿ ਉੱਥੇ ਕੁਝ ਨੌਜਵਾਨਾਂ ਦੇ ਵੱਲੋਂ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦਾ ਜ਼ਬਰਦਸਤ ਵਿਰੋਧ ਹੋਇਆ ਹੈ। ਨਿਹਾਲ ਸਿੰਘ, ਨਗਿੰਦਰ ਸਿੰਘ ਤੇ ਕੁਝ ਹੋਰ ਨੌਜਵਾਨ ਸੀ, ਉਹਨਾਂ ਨੇ ਭਾਜਪਾ ਦੇ ਵੱਲੋਂ ਆ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ, ਤੁਹਾਨੂੰ ਚੇਤਾ ਹੋਣਾ, ਆਖਿਆ ਗਿਆ ਸੀ ਕਿ 15-15 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਆ ਜਾਣਗੇ, ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ 2022 ਤੱਕ। ਬੜੇ ਸਵਾਲ ਸੀ। ਨਾਲ ਇਹ ਵੀ ਪੁੱਛਿਆ ਕਿ ਦਿੱਲੀ ਕਿਸਾਨੀ ਸੰਘਰਸ਼ ਚੱਲਦਾ ਰਿਹਾ, ਬਹੁਤ ਸਾਰੇ ਲੋਕਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਮੁਕੱਦਮੇ ਦਰਜ ਕਰ ਦਿੱਤੇ ਸੀ। MSP ਦੇ ਕਹਿੰਦੇ ਸੀ ਕਮੇਟੀ ਬਣਾ ਦੇਵਾਂਗੇ। ਦੱਸਿਓ ਭਾਈ, ਆਹ ਸਵਾਲਾਂ ਦੇ ਜਵਾਬ ਦੇ ਦਿਓ, ਤੁਸੀਂ ਚੋਣ ਪ੍ਰਚਾਰ ਕਰਨਾ ਹੀ ਹੋ, ਤੁਹਾਡੇ ਕੋਲ ਇਹਨਾਂ ਸਵਾਲਾਂ ਦਾ ਜਵਾਬ ਹੈ। ਕੋਈ 15-15 ਲੱਖ ਵੀ ਨਹੀਂ ਆਇਆ, ਤੇ ਬਾਕੀ ਦੇ ਸਵਾਲਾਂ ਦਾ ਜਵਾਬ ਵੀ ਦੇ ਦਿਓ। ਹੁਣ ਗੌਰਵ ਹੋਰਾਂ ਕੋਲੇ ਸਵਾਲ ਦਾ ਜਵਾਬ ਕੋਈ ਨਹੀਂ ਸੀ। ਹੌਲੀ ਦਿਨ ਉਹਨਾਂ ਨੇ ਬਿਹਤਰ ਸਮਝਿਆ ਕਿ ਇੱਥੋਂ ਖਿਸਕੀਏ, ਉਹ ਅੰਤਰ ਹੋ ਗਏ। ਤੇ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਹੈ, ਉਹਨਾਂ ਦੇ ਸੂਬਾ ਮੀਤ ਪ੍ਰਧਾਨ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵੀ ਆਖਿਆ ਕਿ ਸਾਡੇ ਇਲਾਕੇ 'ਚ ਜਿਹੜਾ ਵੀ ਉਮੀਦਵਾਰ ਆਊ, ਕਿਸੇ ਵੀ ਪਾਰਟੀ ਦਾ ਹੋਵੇ, ਉਹਨਾਂ ਤੋਂ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਅਸੀਂ ਸਵਾਲ ਜ਼ਰੂਰ ਪੁੱਛਾਂਗੇ। ਤੇ ਦੂਸਰੇ ਪਾਸੇ ਭਾਜਪਾ ਉਮੀਦਵਾਰ ਗੌਰਵ ਕੱਕੜ ਨੇ ਕਿਹਾ ਕਿ ਉਹਨਾਂ ਦਾ ਪਿੰਡ ਦੀਪ ਸਿੰਘ ਵਾਲਾ 'ਚ ਅਚਾਨਕ ਘਰਾਓ ਵੀ ਹੋ ਗਿਆ ਸੀ, ਜਿਸ ਕਰਕੇ ਉਹਨਾਂ ਨੇ ਚੋਣ ਪ੍ਰਚਾਰ ਨੂੰ ਛੱਡ ਕੇ ਉੱਥੋਂ ਵਾਪਸ ਪਰਤਣਾ ਬਿਹਤਰ ਸਮਝਿਆ। ਤੇ ਉਧਰ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹ ਆਪਣਾ ਚੋਣ ਪ੍ਰਚਾਰ ਕਰਦੇ ਫਿਰਦੇ ਸੀ ਬਠਿੰਡੇ ਵਾਲੇ ਪਾਸੇ। ਉੱਥੇ ਇੱਕ ਨੌਜਵਾਨ ਨੇ ਪੁੱਛ ਲਿਆ ਕਿ ਤੁਸੀਂ ਕਹਿੰਦੇ ਸੀ ਕਿ ਜਦੋਂ ਮੈਂ ਥਰਮਲ ਦੇ ਸਾਹਮਣੇ ਦੀ ਲੰਘਦਾ ਤੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਬੜੇ ਗੁੱਸੇ 'ਚ ਮਨਪ੍ਰੀਤ ਬਾਦਲ ਕਹਿੰਦਾ ਮੈਂ ਨਹੀਂ ਕਿਹਾ। ਉਹ ਕਹਿੰਦਾ ਮੇਰੇ ਕੋਲ ਵੀਡੀਓ ਕਲਿੱਪ ਪਿਆ ਹੈ। ਫਿਰ ਮਨਪ੍ਰੀਤ ਬਾਦਲ ਕੋਲ ਕੋਈ ਜਵਾਬ ਨਹੀਂ ਸੀ। ਫਿਰ ਉਹ ਕਹਿੰਦਾ ਤੁਸੀਂ ਕੱਚਿਆਂ ਨੂੰ ਪੱਕੇ ਕਰੋ, ਕਹਿੰਦਾ ਕਰਤੇ। ਉਹ ਕਹਿੰਦਾ ਦੱਸੋ ਕਿਹੜਾ ਕੀਤਾ। ਪਰ ਫਿਰ ਕੁਝ ਚੱਪਲ ਝਾੜ ਲੋਕ ਇਕੱਠੇ ਹੋਏ, ਉਹ ਉਸ ਨੌਜਵਾਨ ਨੂੰ ਚੁੱਕ ਕੇ ਪਾਸੇ ਲੈ ਗਏ ਤੇ ਨਾਲ ਇਹ ਕਹਿੰਦੇ ਸੁਣੇ ਗਏ ਕਿ ਤੈਨੂੰ ਇਕੱਲੇ ਨੂੰ ਪੱਕਾ ਕਰ ਦਿੰਦੇ। ਇਸੇ ਤਰ੍ਹਾਂ ਜੋਗਿੰਦਰਪਾਲ ਜੈਨ ਦਾ ਪਰਿਵਾਰ, ਉਹ ਭੂਆ ਹਲਕੇ 'ਚ ਪ੍ਰਚਾਰ ਕਰਦਾ ਫਿਰਦਾ ਸੀ, ਉਹਦੇ ਪਰਿਵਾਰ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨੀ ਅਮਲੋਹ ਹਲਕੇ ਦੇ ਕਾਕਾ ਰਣਦੀਪ ਸਿੰਘ ਨਾਭਾ ਨੂੰ ਇਸੇ ਤਰ੍ਹਾਂ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸੇ ਤਰੀਕੇ ਨਾਲ ਦਵਿੰਦਰ ਘੁਬਾਇਆ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਹੁਣ ਇਸ ਵਕਤ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ ਕਿ ਉਹ ਪਾਰਟੀ ਭਾਵੇਂ ਕੋਈ ਵੀ ਹੋਵੇ, ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਤੁਹਾਨੂੰ ਅਪੀਲ ਹੈ ਕਿ ਸ਼ਾਂਤਮਈ ਤਰੀਕੇ ਨਾਲ ਰਹਿ ਕੇ, ਲੜਾਈ ਝਗੜਾ ਕੋਈ ਕਿਸੇ ਨਾਲ ਕਰਨਾ ਨਹੀਂ, ਪਾਰਟੀਆਂ ਦੇ ਵਿੱਚ ਨਾ ਵੰਡੇ ਜਾਇਓ। ਕਿਤੇ ਇਹ ਨਾ ਹੋਵੇ ਕਿ ਅਕਾਲੀ ਕਾਂਗਰਸੀ, ਅਕਾਲੀ ਭਾਜਪਾ ਜਾਂ ਕੋਈ ਹੋਰ ਆਪਸ ਦੇ ਵਿੱਚ ਗੁੱਥਮ ਗੁੱਥੇ ਹੋ ਜਾਣ। ਤੁਹਾਡੀ ਸਾਰ ਇਹਨਾਂ ਨੇ ਕੋਈ ਨਹੀਂ ਲੈਣੀ, ਤੁਹਾਡੀ ਜ਼ਮਾਨਤ ਤੱਕ ਵੀ ਇਹਨਾਂ ਨੇ ਨਹੀਂ ਕਰਵਾਉਣੀ। ਸਵਾਲ ਵੀ ਜ਼ਰੂਰ ਪੁੱਛਿਓ। ਜਿਹੜੇ ਵਿਧਾਇਕ ਦਾ ਸਾਬਕਾ ਵਿਧਾਇਕ ਨੇ, ਉਹਨਾਂ ਨੂੰ ਪੁੱਛਿਓ ਕਿ ਤੁਹਾਡੀ ਕਾਰਗੁਜ਼ਾਰੀ ਕੀ ਹੈ, ਜਿਹਦੇ ਮੱਦੇਨਜ਼ਰ ਅਸੀਂ ਮਨ ਬਣਾਈਏ ਕਿ ਤੁਹਾਨੂੰ ਵੋਟ ਪਾਈ ਜਾਵੇ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਜੇ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।